ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਦਾ ਪੰਜਾਬ ਬੁਲਟਨ ਤੇ ਮੈਂ ਹਾਂ ਮਨਦੀਪ ਸਿੰਘ ਬੁੱਲੋ। ਪਰ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੇ। ਕਾਂਗਰਸ ਹਾਈ ਕਮਾਂਡ ਦਾ ਪ੍ਰਨੀਤ ਕੌਰ ਖਿਲਾਫ ਐਕਸ਼ਨ, ਪਾਰਟੀ ਚੋਂ ਕੀਤਾ ਸਸਪੈਂਡ, 3 ਦਿਨਾਂ ਦਾ ਕੀਤਾ ਨੋਟਿਸ ਜਾਰੀ। ਪੰਜਾਬ ਕੈਬਨਿਟ ਦੀ ਹੋਈ ਮੀਟਿੰਗ 'ਚ ਲਏ ਗਏ ਵੱਡੇ ਫੈਸਲੇ, ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਕੀਤਾ ਵਾਧਾ। 1984 ਦੇ ਸਿੱਖ ਵਿਰੋਧੀ ਦੰਗਿਆਂ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸਾਬਕਾ ਕਾਂਗਰਸ ਦੇ ਕੌਂਸਲਰ ਨੂੰ ਝਟਕਾ, ਸੁਪਰੀਮ ਕੋਰਟ ਨੇ ਕੀਤੀ ਜ਼ਮਾਨਤ ਪਟੀਸ਼ਨ ਰੱਦ। ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਜਾਰੀ, ਕਿਸਾਨ ਆਗੂ ਰਕੇਸ਼ ਟਕੈਤ ਪਹੁੰਚੇ, ਕੌਮੀ ਇਨਸਾਫ ਮੋਰਚੇ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ। ਫਰੀਦਕੋਟ ਦੀ ਕੇਂਦਰੀ ਮਾਡਲ ਜੇਲ੍ਹ ਮੁੜ ਵਿਵਾਦਾਂ 'ਚ, ਜੇਲ੍ਹ 'ਚ ਹੋਈ ਕੈਦੀ ਦੀ ਕੁੱਟਮਾਰ, ਸਹਾਇਕ ਜੇਲ੍ਹ ਸੁਪਰਡੈਂਟ ਤੇ ਲੱਗੇ ਇਲਜ਼ਾਮਾਂ ਤੋਂ ਸਹਾਇਕ ਸੁਪਰਡੈਂਟ ਨੇ ਕੀਤਾ ਕਿਨਾਰਾ। ਹੁਣ ਖਬਰਾਂ ਵਿਸਤਾਰ ਨਾਲ। ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਖਿਲਾਫ ਕਾਂਗਰਸ ਹਾਈ ਕਮਾਂਡ ਨੇ ਵੱਡਾ ਐਕਸ਼ਨ ਲੈਂਦਿਆਂ ਉਹਨਾਂ ਨੂੰ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਕਾਂਗਰਸ ਪਾਰਟੀ ਵੱਲੋਂ ਇੱਕ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ਨੋਟਿਸ ਅਨੁਸਾਰ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਮਹਾਰਾਣੀ ਪ੍ਰਨੀਤ ਕੌਰ ਖਿਲਾਫ ਪਾਰਟੀ ਹਾਈ ਕਮਾਂਡ ਨੂੰ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਪ੍ਰਨੀਤ ਕੌਰ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ। ਵੱਡੀ ਖਬਰ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨਾਲ ਜੁੜੀ ਸਾਹਮਣੇ ਆਈ ਹੈ। ਦੱਸ ਦਈਏ ਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਸ਼ਿਕਾਇਤ ਤੇ ਕਾਂਗਰਸ ਹਾਈ ਕਮਾਂਡ ਨੇ ਵੱਡਾ ਐਕਸ਼ਨ ਲੈਂਦਿਆਂ ਮਹਾਰਾਣੀ ਪ੍ਰਨੀਤ ਕੌਰ ਨੂੰ ਪਾਰਟੀ ਵਿੱਚੋਂ ਸਸਪੈਂਡ ਕਰ ਦਿੱਤਾ ਹੈ। ਇਸ ਸਬੰਧ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਇੱਕ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ਨੋਟਿਸ ਅਨੁਸਾਰ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਖਿਲਾਫ ਪਾਰਟੀ ਹਾਈ ਕਮਾਂਡ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਸ ਦੇ ਵਿੱਚ ਉਹਨਾਂ ਨੇ ਪ੍ਰਨੀਤ ਕੌਰ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਲਗਾਏ ਸਨ, ਜਿਸ ਤੋਂ ਬਾਅਦ ਇਹ ਕਾਰਵਾਈ ਪ੍ਰਨੀਤ ਕੌਰ ਖਿਲਾਫ ਕੀਤੀ ਗਈ ਹੈ। ਇੱਥੇ ਦੱਸ ਦਈਏ ਕਿ ਨੋਟਿਸ ਵਿੱਚ ਇਹ ਵੀ ਗੱਲ ਆਖੀ ਗਈ ਹੈ ਕਿ ਪ੍ਰਨੀਤ ਕੌਰ ਵੱਲੋਂ 3 ਦਿਨਾਂ ਦੇ ਵਿੱਚ ਉਹਨਾਂ ਨੂੰ ਪਾਰਟੀ ਚੋਂ ਨਾ ਕੱਢਣ ਦਾ ਕਾਰਨ ਵੀ ਦੱਸਿਆ ਜਾਵੇ। ਜ਼ਿਕਰਯੋਗ ਹੈ ਕਿ ਭਾਰਤ ਜੋੜੋ ਯਾਤਰਾ ਜਦੋਂ ਪੰਜਾਬ ਦੇ ਵਿੱਚ ਚੱਲ ਰਹੀ ਸੀ ਤਾਂ ਜਿੱਥੇ ਕਾਂਗਰਸ ਦੇ ਵੱਡੇ ਆਗੂਆਂ ਵੱਲੋਂ ਇਸ ਯਾਤਰਾ ਦੇ ਵਿੱਚ ਸ਼ਿਰਕਤ ਕੀਤੀ ਗਈ, ਉੱਥੇ ਹੀ ਮਹਾਰਾਣੀ ਪ੍ਰਨੀਤ ਕੌਰ ਅਤੇ ਭਾਜਪਾ ਦੇ ਵਿੱਚ ਹਾਲ ਹੀ 'ਚ ਸ਼ਾਮਲ ਹੋਈ ਕਾਂਗਰਸੀ ਨੇਤਾ ਮਨਪ੍ਰੀਤ ਬਾਦਲ ਭਾਰਤ ਜੋੜੋ ਯਾਤਰਾ ਦੇ ਵਿੱਚ ਨਜ਼ਰ ਨਹੀਂ ਆਏ ਸੀ, ਜਿਸ ਤੋਂ ਬਾਅਦ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਮਹਾਰਾਣੀ ਪ੍ਰਨੀਤ ਕੌਰ ਭਾਜਪਾ ਦੇ ਵਿੱਚ ਆਉਣ ਵਾਲੇ ਸਮੇਂ 'ਚ ਸ਼ਾਮਲ ਹੋ ਸਕਦੇ ਨੇ। ਪਰ ਉਸ ਤੋਂ ਪਹਿਲਾਂ ਹੀ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਵੱਡਾ ਐਕਸ਼ਨ ਲੈਂਦਿਆਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਮਹਾਰਾਣੀ ਪ੍ਰਨੀਤ ਕੌਰ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ। ਵੇਖਣਾ ਹੋਵੇਗਾ ਕਿ ਪਾਰਟੀ ਦੇ ਵੱਲੋਂ ਜੋ 3 ਦਿਨਾਂ ਦਾ ਸਮਾਂ ਮਹਾਰਾਣੀ ਪ੍ਰਨੀਤ ਕੌਰ ਨੂੰ ਜਵਾਬ ਦੇਣ ਲਈ ਦਿੱਤਾ ਗਿਆ, ਉਸ ਦੇ ਵਿੱਚ ਕਿ ਮਹਾਰਾਣੀ ਪ੍ਰਨੀਤ ਕੌਰ 3 ਦਿਨਾਂ 'ਚ ਕਾਂਗਰਸ ਪਾਰਟੀ ਨੂੰ ਕੋਈ ਜਵਾਬ ਦਿੰਦੇ ਨੇ ਜਾਂ ਫਿਰ ਨਹੀਂ। ਅੱਜ ਚੰਡੀਗੜ੍ਹ ਦੇ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ। ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਕੀਤੀ ਗਈ ਹੈ। ਇਸ ਮੀਟਿੰਗ ਵਿੱਚ ਨਵੀਂ ਉਦਯੋਗ ਅਤੇ ਵਪਾਰ ਨੀਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਉੱਪਰ 90 ਪੈਸੇ ਪ੍ਰਤੀ ਲੀਟਰ ਸੈਸ ਲਾਉਣ ਦਾ ਵੀ ਫੈਸਲਾ ਕੀਤਾ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਜਿਹੜਾ ਗਰੁੱਪ B ਤੇ C ਦਾ ਜਿਹੜੀਆਂ ਗਰੁੱਪ B 'ਚ ਪੋਸਟਾਂ ਕੁਛ ਆ ਗਈਆਂ ਸੀ, ਕਿਉਂਕਿ ਕਈਆਂ ਪੋਸਟਾਂ ਦੇ ਤਨਖਾਹ ਸਕੇਲ ਵਧਣ ਦੇ ਕਾਰਨ, ਜਿਵੇਂ ਕਲਰਕਾਂ ਦੀ ਭਰਤੀ ਦੀ ਗੱਲ ਕਰੀਏ, ਉਹ ਗਰੁੱਪ B 'ਚ ਆ ਗਈਆਂ, ਪਰ ਲੇਕਿਨ ਉੱਥੇ ਕੋਈ ਮੈਕੈਨਿਜ਼ਮ ਨਹੀਂ ਸੀ ਭਰਤੀ ਕਰਨ ਦਾ, ਉਹ SS ਬੋਰਡ ਦੇ ਵਿੱਚ ਹੀ ਰੱਖੀਆਂ ਗਈਆਂ ਨੇ। ਸੋ ਉੱਥੇ ਅਸੀਂ ਗਰੁੱਪ A ਦੀਆਂ ਪੋਸਟਾਂ ਜਿਹੜੀਆਂ ਉਹ ਸਿਰਫ ਤੇ ਸਿਰਫ ਯੂਨੀਅਨ ਪਬਲਿਕ ਆਪਣਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਜਿਹੜਾ ਹੈਗਾ ਉਹ ਕਰਿਆ ਕਰੂ, ਦੂਸਰੀਆਂ ਪੋਸਟਾਂ ਜਿਹੜੀਆਂ SS ਬੋਰਡ ਕਰਿਆ ਕਰੂਗਾ। ਇਸ ਤੋਂ ਇਲਾਵਾ ਪੰਜਾਬ ਫੋਰੈਂਸਿਕ ਸਾਇੰਸ ਸਰਵਿਸ ਰੂਲ ਦੇ ਵਿੱਚ ਜਿਹੜੀ ਥੋੜ੍ਹੀ ਬਹੁਤੀ ਅਮੈਂਡਮੈਂਟ ਕੀਤੀ ਗਈ ਆ, ਤਾਂ ਕਿ ਜਿਹੜੀਆਂ ਉੱਥੇ ਕਾਫੀ ਸਾਰੀਆਂ ਟੈਕਨੀਕਲ ਲੈਬਸ ਦੀਆਂ ਪੋਸਟਾਂ ਖਾਲੀ ਪਈਆਂ ਸੀ। ਬਹੁਤ ਸਾਰੀਆਂ ਫੋਰੈਂਸਿਕ ਸਾਇੰਸ ਦੀਆਂ ਰਿਪੋਰਟਾਂ ਹੁੰਦੀਆਂ ਨੇਗੀਆਂ ਜਿਹੜੀਆਂ ਅਦਾਲਤਾਂ ਦੇ ਅੰਦਰ ਜਿਨ੍ਹਾਂ ਨੂੰ ਬਤੌਰ ਐਵੀਡੈਂਸ, ਬਤੌਰ ਸਬੂਤ ਵਰਤਿਆ ਜਾਂਦਾ ਗਾ, ਉਹ ਡਿਲੇ ਹੋ ਜਾਂਦੀਆਂ ਸੀਗੀਆਂ ਔਰ ਬਹੁਤ ਸਾਰੇ ਮੁਕੱਦਮਿਆਂ ਦਾ ਫੈਸਲਾ ਸਹੀ ਸਮੇਂ ਸਿਰ ਨਹੀਂ ਹੁੰਦਾ ਸੀਗਾ। ਸੋ ਉੱਥੇ ਉਹਨਾਂ ਅਸਾਮੀਆਂ ਨੂੰ ਅਸੀਂ ਪ੍ਰਵਾਨਗੀ ਦਿੱਤੀ ਹੈ ਤਾਂ ਕਿ ਉਹ ਰੂਲ ਅਮੈਂਡ ਹੋ ਕੇ ਉੱਥੇ ਨਵੇਂ ਜਿਹੜੇ ਭਰਤੀ ਕੀਤੀ ਜਾ ਸਕੇ। ਪੰਜਾਬ ਦੇ ਅੰਦਰ ਨਵੀਂ ਜਿਹੜੀ ਉਦਯੋਗਿਕ ਅਤੇ ਵਪਾਰਕ ਵਿਕਾਸ ਨੀਤੀ ਦਾ ਅੱਜ ਦੀ ਜਿਹੜੀ ਕੈਬਨਿਟ ਸੀ ਉਹਨੇ ਪ੍ਰਵਾਨਗੀ ਦਿੱਤੀ ਹੈਗੀ। ਪੰਜਾਬ ਇਲੈਕਟ੍ਰਿਕ ਵਹੀਕਲ ਪਾਲਿਸੀ 2022 ਉਹ ਵੀ ਅੱਜ ਅਸੀਂ ਨਵੀਂ ਪੰਜਾਬ ਦੇ ਅੰਦਰ ਇੰਟਰੋਡਿਊਸ ਕੀਤੀ ਆ। 5 ਫਰਵਰੀ ਨੂੰ ਖੁਦ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਲੁਧਿਆਣੇ ਦੇ ਵਿੱਚ ਉਦਘਾਟਨ ਕਰਨ ਜਾ ਰਹੇ ਨੇ, ਸ਼ੁਰੂਆਤ ਕਰਨ ਜਾ ਰਹੇ ਨੇ, ਜਿਸ ਦੇ ਤਹਿਤ ਇਮੀਡੀਏਟਲੀ ਪਰਸੋਂ ਤੋਂ ਹੀ 7 ਜ਼ਿਲ੍ਹਿਆਂ ਦੇ ਵਿੱਚ 18 ਸਾਈਟਾਂ ਨੇ ਜਿਹੜੀਆਂ ਉਹਨਾਂ ਦੇ ਵਿੱਚੋਂ ਰੇਤਾ ਇਸ ਤਰੀਕੇ ਨਾਲ ਐਕਸਟਰੈਕਟ ਕੀਤਾ ਜਾ ਸਕੇ ਕੋਈ ਵਿਅਕਤੀ ਆਪਣਾ ਟਰੈਕਟਰ ਟਰਾਲੀ ਲੈ ਕੇ ਜਾਵੇ ਤੇ ਉੱਥੋਂ ਮੈਨੂਅਲੀ
ਉਹ ਟਰੈਕਟਰ ਟਰਾਲੀ ਭਰ ਕੇ ਲੈ ਕੇ ਆ ਸਕਦੇ ਤੇ रेट ਉਹਨੂੰ लगेगा सिर्फ 5.5 रुपये पर फुट। कैबिनेट में उसमें आज सेस लगा है क्योंकि लंबे समय से इसका जो ज़रूरत महसूस की जा रही थी और मैं समझता हूँ कि आज पंजाब को रेवेन्यू जनरेशन की भी लोड है, सो उसके लिए ऊपर जो है कितना सेस लगाया गया 90 पैसे। ਮਹਾਰਾਸ਼ਟਰ ਦੇ ਅਗਲੇ ਰਾਜਪਾਲ ਬਣਨ ਦੀਆਂ ਚਰਚਾਵਾਂ ਤੇ ਭਾਜਪਾ ਨੇਤਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦੱਸ ਦਈਏ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮੀਡੀਆ ਦੇ ਸਾਹਮਣੇ ਆਏ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ। ਹਰਿਆਣਾ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮੀਡੀਆ ਦੇ ਰੂਬਰੂ ਹੋਏ। ਇਸ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਮਹਾਰਾਸ਼ਟਰ ਦਾ ਰਾਜਪਾਲ ਬਣਾਏ ਜਾਣ ਦੀਆਂ ਅਟਕਲਾਂ ਦਰਮਿਆਨ ਆਪਣੀ ਚੁੱਪੀ ਤੋੜ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਹੈ, ਮੇਰੇ ਨਾਲ ਸੰਪਰਕ ਨਹੀਂ ਕੀਤਾ ਗਿਆ, ਕਿਸੇ ਨੇ ਵੀ ਕੋਈ ਜ਼ਿਕਰ ਨਹੀਂ ਕੀਤਾ, ਮੈਨੂੰ ਮੀਡੀਆ ਰਾਹੀਂ पूरे मामले बारे पता लगे। मेरे पास कोई इन्फॉर्मेशन नहीं, ये सिर्फ प्रेस एक बातें उठा रही हैं। अभी तक तो 5 जगह आप भेज चुके मुझे, पहले तो हिमाचल भेज चुके हो, फिर कहाँ पटना पुटना सब कहीं भेज दिया मुझे। आप बनना चाहेंगे राज्यपाल? मैंने कांग्रेस दी प्राइम मिनिस्टर को ये बहुत बड़ी स्पष्ट तरीके से कह दिया है कि मैं उनके जो वो चाहेंगे, जहाँ चाहेंगे, आई एम वेरी हैप्पी टू गो एंड डू इट, जहाँ उनको है। ਇੱਥੇ ਦੱਸ ਦਈਏ ਕਿ ਹਾਲ ਹੀ ਵਿੱਚ ਕਈ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਮਹਾਰਾਸ਼ਟਰ ਦੇ ਮੌਜੂਦਾ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੀ ਥਾਂ ਲੈ ਸਕਦੇ ਨੇ। ਦਰਅਸਲ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਕੋਸ਼ਿਆਰੀ ਦੇ ਬਿਆਨ ਤੋਂ ਬਾਅਦ ਹੀ ਉਹਨਾਂ ਨੂੰ ਹਟਾਉਣ ਦੀ ਮੰਗ ਉੱਠ ਰਹੀ ਹੈ। ਇਸ ਦੌਰਾਨ ਕੋਸ਼ਿਆਰੀ ਨੇ 23 ਜਨਵਰੀ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਆਪਣੀ ਇੱਛਾ ਜ਼ਾਹਰ ਕੀਤੀ ਹੈ ਕਿ ਉਹਨਾਂ ਨੂੰ ਰਾਜਪਾਲ ਦੇ ਅਹੁਦੇ ਤੋਂ ਮੁਕਤ ਕੀਤਾ ਜਾਵੇ। ਉਹਨਾਂ ਦੇ ਇਸ ਬਿਆਨ ਤੋਂ ਬਾਅਦ ਸਵਾਲ ਉੱਠ ਰਹੇ ਨੇ ਕਿ ਮਹਾਰਾਸ਼ਟਰ ਦਾ ਅਗਲਾ ਰਾਜਪਾਲ ਕੌਣ ਹੋਵੇਗਾ, ਜਿਸ ਵਿਚਕਾਰ ਇਹ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਮਹਾਰਾਸ਼ਟਰ ਦੇ ਨਵੇਂ ਰਾਜਪਾਲ ਬਣ ਸਕਦੇ ਹੈ, ਜਿਸ ਤੇ ਹੁਣ ਚੁੱਪੀ ਤੋੜਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਪਸ਼ਟ ਕਰ ਦਿੱਤਾ ਕਿ ਉਹ ਜੋ ਵੀ ਸਹੀ ਸਮਝਦੇ ਨੇ ਉਸ ਲਈ ਤਿਆਰ ਹਨ। ਜੇਕਰ ਪ੍ਰਧਾਨ ਮੰਤਰੀ ਮੈਨੂੰ ਕੋਈ ਜ਼ਿੰਮੇਵਾਰੀ ਦਿੰਦੇ ਨੇ ਤਾਂ ਮੈਂ ਉਸ ਨੂੰ ਖੁਸ਼ੀ-ਖੁਸ਼ੀ ਨਿਭਾਉਣ ਲਈ ਪੂਰਾ ਤਿਆਰ ਹਾਂ। PSPCL ਵੱਲੋਂ ਲੋਕਾਂ ਨੂੰ ਦਿੱਤੀ ਜਾ ਰਹੀ ਮੁਫਤ ਬਿਜਲੀ ਕਾਰਨ ਚੱਲ ਰਹੇ ਮੰਦੜੇ ਹਾਲ ਦੇ ਕਾਰਨ ਇੱਕ ਵਾਰ ਫਿਰ ਵਿਭਾਗ ਚਰਚਾ ਦੇ ਵਿੱਚ ਆ ਗਿਆ ਹੈ। ਹੁਣ ਮੁਲਾਜ਼ਮਾਂ ਦੀ ਜ਼ਮੀਰ ਜਾਗ ਪਈ ਹੈ। ਮੁਲਾਜ਼ਮਾਂ ਨੇ ਉਹਨਾਂ ਨੂੰ ਦਿੱਤੀ ਜਾ ਰਹੀ ਮੁਫਤ ਬਿਜਲੀ ਬੰਦ ਕਰਾਉਣ ਲਈ ਆਪਣੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖੇ ਨੇ। ਪਟਿਆਲਾ ਦੇ ਗੁਰਦਰਸ਼ਨ ਨਗਰ ਰਹਿੰਦੇ ਪਤੀ ਪਤਨੀ ਮੁਲਾਜ਼ਮ ਕਰਮਜੀਤ ਸਿੰਘ ਤੇ ਪਰਮਜੀਤ ਕੌਰ ਨੇ ਚੇਅਰਮੈਨ ਨੂੰ ਮੁਫਤ ਬਿਜਲੀ ਨਾ ਲੈਣ ਲਈ ਪੱਤਰ ਲਿਖਿਆ ਹੈ। ਦੱਸ ਦਈਏ ਕਿ ਇਸੇ ਤਰ੍ਹਾਂ ਇੰਜੀਨੀਅਰਿੰਗ ਸੁਖਵੰਤ ਸਿੰਘ ਨੇ ਵੀ ਦਿੜਬਾ ਦੇ SDO ਨੂੰ ਪੱਤਰ ਲਿਖਿਆ ਹੈ। ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਮੁਫਤ ਬਿਜਲੀ ਇੱਕ ਵੱਡਾ ਮੁੱਦਾ ਰਿਹਾ ਅਤੇ ਆਮ ਆਦਮੀ ਪਾਰਟੀ ਨੇ ਇਹ ਵਾਅਦਾ ਕੀਤਾ ਸੀ ਕਿ ਜੇਕਰ ਉਹਨਾਂ ਦੀ ਸਰਕਾਰ ਬਣੀ ਤਾਂ ਉਹ ਸੂਬੇ ਦੇ ਲੋਕਾਂ ਲਈ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫਤ ਕਰ ਦੇਣਗੇ। ਬੀਤੇ ਸਾਲ 2022 ਦੀ ਜੁਲਾਈ ਨੂੰ ਆਪ ਸਰਕਾਰ ਨੇ ਇਹ ਸਕੀਮ ਲਾਗੂ ਕਰ ਦਿੱਤੀ, ਪਰ ਇਸ ਮੁਫਤ ਬਿਜਲੀ ਕਾਰਨ ਚੱਲ ਰਹੇ ਮੰਦੜੇ ਹਾਲ ਦਰਮਿਆਨ ਪਾਵਰਕੌਮ ਦੇ ਮੁਲਾਜ਼ਮਾਂ ਦੀ ਜ਼ਮੀਰ ਜਾਗ ਪਈ ਹੈ। ਕੁਝ ਮੁਲਾਜ਼ਮਾਂ ਨੇ ਉਹਨਾਂ ਨੂੰ ਦਿੱਤੀ ਜਾ ਰਹੀ ਮੁਫਤ ਬਿਜਲੀ ਬੰਦ ਕਰਵਾਉਣ ਲਈ ਆਪਣੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖੇ ਹੈ। ਮੁਲਾਜ਼ਮਾਂ ਨੇ ਮੁਫਤ ਬਿਜਲੀ ਦੀ ਸਹੂਲਤ ਨਾ ਲੈਣ ਲਈ ਸਬੰਧਤ ਅਧਿਕਾਰੀਆਂ ਕੋਲ ਪਹੁੰਚ ਕੀਤੀ। ਪਟਿਆਲਾ ਦੇ ਗੁਰਦਰਸ਼ਨ ਨਗਰ ਰਹਿੰਦੇ ਪਤੀ ਪਤਨੀ ਮੁਲਾਜ਼ਮ ਕਰਮਜੀਤ ਸਿੰਘ ਅਤੇ ਪਰਮਜੀਤ ਕੌਰ ਨੇ ਚੇਅਰਮੈਨ ਨੂੰ ਮੁਫਤ ਬਿਜਲੀ ਨਾ ਲੈਣ ਲਈ ਪੱਤਰ ਲਿਖਿਆ। ਇਸੇ ਤਰ੍ਹਾਂ ਇੰਜੀਨੀਅਰ ਸੁਖਵੰਤ ਸਿੰਘ ਨੇ ਵੀ ਦਿੜਬਾ ਦੇ SDO ਨੂੰ ਪੱਤਰ ਲਿਖ ਕੇ ਮੁਫਤ ਬਿਜਲੀ ਨਾ ਦੇਣ ਦੀ ਅਪੀਲ ਕੀਤੀ ਹੈ। ਇਸ ਮਾਮਲੇ ਦੇ ਵਿੱਚ ਜਦੋਂ ਇੰਜੀਨੀਅਰ ਸੁਖਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕੀ ਕੁਝ ਜਾਣਕਾਰੀ ਸਾਂਝੀ ਕੀਤੀ, ਆਓ ਜਾਣਦੇ ਹਾਂ। ਤੁਹਾਡੇ ਕੋਲ ਨਾ ਇੱਕ ਲੈਟਰ ਆਇਆ ਹੈ ਕਿ ਮੁਫਤ ਬਿਜਲੀ ਪਾਵਰ ਕਰਨਾ ਜਿਹੜੇ ਹੈਗੇ ਮੁਲਾਜ਼ਮ ਨੇ ਉਹਨਾਂ ਤੋਂ ਬਿਜਲੀ ਉਹਨਾਂ ਨੂੰ ਮੁਫਤ ਨਾ ਦਿੱਤੀ ਜਾਵੇ, ਇਹਦਾ ਲਿਖਤੀ ਲੈਟਰ ਤੁਹਾਡੇ ਕੋਲ ਆਇਆ ਹੈ? ਜੀ ਮੈਂ ਤਾਂ ਲਿਖਣਾ ਛੱਡੀ ਹੈ ਜੀ ਰਹਿ ਤੇ। ਹਾਂਜੀ, ਲੈਟਰ ਨਹੀਂ ਆਇਆ ਜੀ। ਮੈਨੂੰ ਵੀ ਆਮ ਲੋਕਾਂ ਨੂੰ ਰਹਿਤ ਮਿਲਦੀ ਸੀ, ਮੈਨੂੰ ਚੰਗਾ ਨਹੀਂ ਲੱਗਿਆ, ਮੈਂ ਛੱਡਤੀ ਜੀ। ਅੱਛਾ ਜੀ। ਬਹੁਤ ਬਿਜਲੀ ਬੋਰਡ ਤਾਂ ਡੁੱਬਣ ਲੱਗ ਰਿਹਾ ਜੀ ਤੇ ਇਸ ਲਈ ਉਦੋਂ ਰਹਿਤ ਲਈਏ ਤੇ ਨਾਲੇ ਆਪਾਂ ਆਪਣੀ ਤਨਖਾਹ ਕਮਾਉਣੇ ਜੀ, ਆਪਾਂ ਸਾਰਾ ਕੁਛ ਕਰਦੇ ਹਾਂ ਕਿ ਅਸੀਂ ਆਪਣੀ ਵਾਸਤੇ ਆਪਣੀ ਬਿਜਲੀ ਵਾਸਤੇ ਪੈਸੇ ਨਹੀਂ ਦੇ ਸਕਦੇ, ਅਸੀਂ ਮੁਫਤ ਕਰੋ ਕਿਉਂ ਬਣੀਏ ਜੀ। ਅੱਛਾ, ਤੁਸੀਂ ਲਿਖਿਆ ਜੀ?
ਮੈਂ ਤਾਂ ਛੱਡੀ ਹੈ ਜੀ, ਮੈਨੂੰ ਰਹਿਤ ਦਿੱਤੀ ਸੀ ਜਿਹੜੀ ਸਰਕਾਰ ਨੇ ਸੀ ਸੁਜੁੰਡ ਤੀ, ਮੈਂ ਸਹੀ ਮੈਂ ਲੈਣੀ ਨਹੀਂ ਹੈਗੀ। ਹਾਂਜੀ, ਮੈਂ ਛੱਡਣੀ ਚਾਹੁੰਦਾ। ਅੱਛਾ ਜੀ, ਪੰਜਾਬ ਦੇ ਹਿੱਤ ਵਾਸਤੇ। ਠੀਕ ਹੈ ਜੀ। ਹਾਂਜੀ, ਮਤਲਬ ਇਹ ਲੈਟਰ ਜਿਹੜਾ ਸੀਗਾ ਇਹ ਤੁਸੀਂ ਲਿਖਿਆ ਸੀਗਾ ਜੀ? ਹਾਂ ਮੇਰਾ ਲਿਖਿਆ ਜੀ ਵੀ ਮੈਂ ਜਿਹੜੀ ਮੈਨੂੰ ਰਹਿਤ ਹੈ ਮੈਂ ਬੇਨਤੀ ਕੀਤੀ ਹੈ ਉਹਨਾਂ ਨੂੰ ਵੀ ਮੈਨੂੰ ਰਹਿਤ ਛੱਡ ਦਿੱਤੀ ਹੈ, ਬੰਦ ਕੀਤੀ ਹੈ ਵੀ ਮੈਂ ਲੈਣੀ ਨਹੀਂ ਚਾਹੁੰਦਾ। ਅੱਛਾ, ਤੇ ਬਾਕੀਆਂ ਨੂੰ ਵੀ ਤੁਸੀਂ ਇਹੀ ਸਲਾਹ ਦਿੰਦੇ ਹੋ ਕਿ ਜਿਹੜਾ ਨੂੰ ਦੇਖੋ ਜੀ ਜਿਹੜਾ ਬੰਦਾ ਅਫੋਰਡ ਕਰ ਸਕਦਾ ਹੈ, ਜੀ ਜਿਹੜਾ ਕੋਈ ਗਰੀਬ ਹੈ ਸਰਕਾਰ ਉਹਨੂੰ ਦੇ ਰਹੀ ਹੈ ਤਾਂ ਲੈ ਲਵੇ, ਜਿਹੜਾ ਅਫੋਰਡ ਕਰ ਸਕਦਾ ਹੈ, ਜਿਹੜਾ ਬੰਦਾ ਭਰ ਸਕਦਾ ਬਿੱਲ ਉਹਨੂੰ ਭਰਨਾ ਚਾਹੀਦਾ ਜੀ। ਫਿਰ ਕਿਵੇਂ ਚੱਲੂਗਾ ਜੀ ਮਹਿਕਮਾ? ਜੀ ਸਰਕਾਰ ਦੇਖੋ, ਸਰਕਾਰ ਕੋਈ ਮਹਿਕਮੇ ਕੋਲ ਪੈਸੇ ਤਾਂ ਹੀ ਆਉਣਗੇ, ਕੋਲਾ ਤਾਂ ਹੀ ਖਰੀਦਣਗੇ ਸਰਕਾਰ ਬਿਜਲੀ ਮਹਿਕਮਾ। ਜੇ ਇਹਨਾਂ ਕੋਲ ਪੈਸੇ ਹੋਣਗੇ, ਪੈਸੇ ਤਾਂ ਆਉਣਗੇ ਅਸੀਂ ਬਿੱਲ ਭਰਾਂਗੇ। ਉਧਰੋਂ ਗਵਰਨਮੈਂਟ ਤਾਂ ਪੈਸੇ ਦੇ ਨਹੀਂ ਰਹੀ ਬਿਜਲੀ ਮਹਿਕਮੇ ਨੂੰ, ਅਸੀਂ ਵੀ ਇਸ ਤਰ੍ਹਾਂ ਹੋ ਗਈ ਫਿਰ ਕਿਵੇਂ ਚੱਲੂਗਾ? ਜੇ ਸਾਡਾ ਬਾਪ ਬਿਮਾਰ ਹੋ ਕੇ ਮੰਜੇ 'ਤੇ ਪੈ ਜਾਵੇ ਤੇ ਅਸੀਂ ਉਹ ਫਿਰ ਵੀ ਕਹਾਂਗੇ ਸਾਨੂੰ ਪੈਸੇ ਦਿਓ, ਸਾਡੀ ਮਦਦ ਕਰਨੀ ਚਾਹੀਦੀ ਹੈ ਸਾਡਾ ਬਾਪ ਬਿਮਾਰ ਹੋ ਜਾਵੇ। ਜੀ ਜੀ, ਤੇ ਬਾਕੀਆਂ ਨੂੰ ਵੀ ਤੁਸੀਂ ਇੰਜੀਨੀਅਰਾਂ ਨੂੰ ਜਾਂ ਜਿਹੜੇ ਮੁਫਤ ਲੈਂਦੇ ਨੇ ਬਿਜਲੀ ਬੋਰਡ 'ਚੋਂ ਉਹਨਾਂ ਨੂੰ ਛੱਡ ਦੇਣੀ ਚਾਹੀਦੀ ਹੈ। ਮੈਂ ਸਾਰੇ ਪੰਜਾਬ ਨੂੰ ਇਹ ਲੋਕਾਂ ਨੂੰ ਕਿਹਾ ਜੀ ਵੀ ਆਪਣਾ ਸਾਰਿਆਂ ਨੂੰ ਛੱਡਣੀ ਚਾਹੀਦੀ ਹੈ, ਜਿਹੜੇ ਲੋਕ ਪੇ ਕਰ ਸਕਦੇ ਨੇ ਜੀ। ਦੇਖੋ ਆਪਾਂ ਬਿਜਲੀ ਫੂਕਦੇ ਹਾਂ ਕਿ ਘਰੇ ਬਿਜਲੀ ਆਪਣੇ ਘਰੇ ਟੈਲੀਵਿਜ਼ਨ ਦੇਖਦੇ ਹਾਂ, ਆਪਾਂ ਆਪਣੇ ਲਾਈਟਾਂ ਚੱਲਦੀਆਂ ਨੇ, ਸਾਰਾ ਕੁਛ ਹੁੰਦਾ ਹੈਗਾ ਜੀ, ਅਸੀਂ ਉਹ ਵਰਤਦੇ ਹਾਂ ਜੀ, ਉਹਨੂੰ ਸਾਨੂੰ ਉਹਦੀ ਹੱਕ ਹੈ ਸਾਡਾ ਉਹਨੂੰ ਦੇਣਾ ਜੀ। ਅਸੀਂ ਮੁਫਤ ਕਿਉਂ ਲਈਏ? ਅਸੀਂ ਕਿਹੜਾ ਆਪਾਂ ਕਿਹੜਾ ਕੋਈ ਮੁਫਤ ਤਾਂ ਉਹ ਲੈਂਦੇ ਹੁੰਦੇ ਜਿਹੜੇ ਕਾਸੇ ਜੋਗੇ ਹੁੰਦੇ ਨਹੀਂ ਇਹ, ਜਿਹਨਾਂ ਕੋਲ ਵਿਚਾਰਿਆਂ ਕੋਲ ਨਹੀਂ ਹੈਗਾ। ਚਲੋ ਕੋਈ ਬੰਦੇ ਦੀ ਮਜਬੂਰੀ ਵੀ ਹੁੰਦੀ ਹੈ ਕਿਸੇ ਦੀ, ਜਾਂ ਕੋਈ ਵਿਚਾਰਾ ਗਰੀਬ ਹੈਗਾ ਉਹਨੂੰ ਦੇਤੀ ਸਰਕਾਰ ਨੇ, ਮਦਦ ਕਰਤੀ, ਠੀਕ ਹੈ। ਜਿਹੜਾ ਕੋਈ ਸਹੀ ਸਰਦਾ ਵਰਦਾ ਹੈਗਾ ਉਹ ਕਿਉਂ ਮੁਫਤਖੋਰਾ ਬਣੇਗੀ? ਆਪ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਸੀ, ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਨਿਸ਼ਾਨੇ ਸਾਧੇ ਗਏ ਸੀ ਕਿ ਇਸ ਐਲਾਨ ਦੇ ਨਾਲ ਪੰਜਾਬ ਦੀ ਆਰਥਿਕਤਾ ਤੇ ਬਹੁਤ ਹੀ ਮਾੜਾ ਪ੍ਰਭਾਵ ਪਵੇਗਾ, ਜਿਸ ਦੀ ਹੁਣ ਜਿਉਂਦੀ ਜਾਗਦੀ ਮਿਸਾਲ PSPCL ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ। ਇੰਜ ਜਾਪਦਾ ਹੈ ਕਿ ਮੁਫਤ ਬਿਜਲੀ ਕਾਰਨ ਪੰਜਾਬ ਦਾ ਆਉਣ ਵਾਲਾ ਭਵਿੱਖ ਹਨੇਰੇ ਵਿੱਚ ਪੈ ਸਕਦਾ ਹੈ। ਸੁਪਰੀਮ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਕਾਂਗਰਸ ਦੇ ਸਾਬਕਾ ਕੌਂਸਲਰ ਬਲਵਾਨ ਖੋਖਰ ਦੀ ਜ਼ਮਾਨਤ ਪਟੀਸ਼ਨ ਤੇ ਕਾਰਵਾਈ ਕਰਦਿਆਂ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ। ਖੋਖਰ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਅਤੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਇਸ ਮਾਮਲੇ 'ਚ ਉਮਰ ਕੈਦ ਅਤੇ 10 ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਹੇ ਨੇ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕੇਸ ਦੇ ਦੋਸ਼ੀਆਂ ਵਿੱਚੋਂ ਇੱਕ ਬਲਵਾਨ ਖੋਖਰ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਦੱਸ ਦਈਏ ਕਿ ਦਿੱਲੀ ਕਾਂਗਰਸ ਦੇ ਸਾਬਕਾ ਕੌਂਸਲਰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਨੇ, ਜਿਨ੍ਹਾਂ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਤੇ ਸੁਪਰੀਮ ਕੋਰਟ ਨੇ ਕਾਰਵਾਈ ਕਰਦੇ ਹੋਏ ਬਲਵਾਨ ਖੋਖਰ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਇਸ ਮਾਮਲੇ ਦੇ ਵਿੱਚ ਐਡਵੋਕੇਟ HS ਫੁਲਕਾ ਦੇ ਵੱਲੋਂ ਜਾਣਕਾਰੀ ਕੁਝ ਸਾਂਝੀ ਕੀਤੀ ਗਈ ਹੈ। ਆਓ ਜਾਣਦੇ ਹਾਂ। 1984 ਦੇ ਸਿੱਖ ਕਤਲੇਆਮ ਦਾ ਕੇਸ ਅੱਜ ਸੁਪਰੀਮ ਕੋਰਟ ਤੇ ਸੁਣਵਾਈ ਵਾਸਤੇ ਆਇਆ। ਇਹ ਉਹੀ ਕੇਸ ਆ ਜਿਸ ਵਿੱਚ ਸੱਜਣ ਕੁਮਾਰ ਤੇ ਉਹਦੇ ਨਾਲ 5 ਹੋਰ ਮੁਲਜ਼ਮਾਂ ਨੂੰ ਹਾਈ ਕੋਰਟ ਦੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਕੇਸ ਵਿੱਚ ਅੱਜ ਜੋ ਇੱਕ ਐਕਸ ਕਾਉਂਸਲਰ ਬਲਵੰਤ ਖੋਖਰ ਆ, ਉਸ ਨੇ ਐਪਲੀਕੇਸ਼ਨ ਫਾਈਲ ਕੀਤੀ ਕਿ ਉਹਨੂੰ ਜ਼ਮਾਨਤ ਦਿੱਤੀ ਜਾਵੇ ਤੇ ਉਹਦੀ ਸਜ਼ਾ ਨੂੰ ਸਸਪੈਂਡ ਕੀਤਾ ਜਾਵੇ। ਸੁਪਰੀਮ ਕੋਰਟ ਨੂੰ ਉਸਨੇ ਪਲੀ ਦਿੱਤੀ ਕਿ ਉਹਨੂੰ 9 ਸਾਲ ਹੋ ਗਏ ਜੇਲ੍ਹ ਵਿੱਚ ਕਿ ਉਹਦੀ 50% ਡਿਸੇਬਿਲਟੀ ਹੈ। ਸੁਪਰੀਮ ਕੋਰਟ ਨੇ ਅੱਜ ਸੁਣਨ ਤੋਂ ਬਾਅਦ ਉਹਦੀ ਐਪਲੀਕੇਸ਼ਨ ਬੇਲ ਦੀ ਡਿਸਮਿਸ ਕਰਤੀ ਔਰ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਕਿਹਾ ਕਿ ਜੇ ਨਾਰਮਲ ਕੇਸ ਹੁੰਦਾ ਤੇ 9-10 ਸਾਲ ਬਾਅਦ ਬੇਲ ਲਈ ਇੰਟਾਈਟਲ ਸੀ, ਅਸੀਂ ਬੇਲ ਦੇ ਦਿੰਦੇ। ਪਰ ਇਹ ਜੋ ਹੈ ਇੱਕ ਸਿੱਖ ਕਤਲੇਆਮ ਦਾ ਕੇਸ ਆ, ਇੰਨੇ ਜ਼ਿਆਦਾ ਲੋਕ ਮਾਰੇ ਗਏ, ਤਾਂ ਇਸ ਕਰਕੇ ਇਹ ਕੇਸ ਐਸਾ ਨਹੀਂ ਹੈ ਜਿੱਥੇ ਅਸੀਂ ਬਿਨਾਂ ਅਪੀਲ ਸੁਣੇ ਬੇਲ ਦੇ ਦਈਏ। ਤੇ ਸੱਜਣ ਕੁਮਾਰ ਦੇ ਵਕੀਲ ਨੇ ਵੀ ਬਹੁਤ ਜ਼ੋਰ ਪਾਇਆ ਕਿ ਅਪੀਲ ਨੂੰ ਸੁਣਵਾਈ ਤੇ ਲਗਾ ਦਿਓ, ਮਗਰ ਕੋਰਟ ਨੇ ਕਿਹਾ ਕਿ 2019 ਦੀ ਅਪੀਲ ਆ, ਆਪਣੀ ਟਰਨ ਤੇ ਸੁਣਵਾਈ ਤੇ ਆਏਗੀ। ਦੁਸ਼ਾਂਤ ਦਵੇ ਸਾਹਿਬ ਸੀਨੀਅਰ ਐਡਵੋਕੇਟ ਨੇ ਅੱਜ ਕੋਰਟ ਨੂੰ ਕਿਹਾ ਕਿ ਸੱਜਣ ਕੁਮਾਰ ਦੀ ਕਨਸਟੀਟਿਊਂਸੀ ਦੇ ਵਿੱਚ 825 ਸਿੱਖਾਂ ਨੂੰ ਜੇ ਇਹ ਪੂਰੀ ਤਰ੍ਹਾਂ ਨਾਲ ਇਹਨਾਂ ਨੂੰ ਕਤਲ ਕੀਤਾ ਗਿਆ, ਤਾਂ ਇਹਨਾਂ ਲੋਕਾਂ ਨੂੰ ਬਿਲਕੁਲ ਕਿਸੇ ਤਰ੍ਹਾਂ ਦੀ ਮਰਸੀ ਸ਼ੋ ਨਹੀਂ ਕਰਨੀ ਚਾਹੀਦੀ ਔਰ ਇਹ ਲੋਕ ਡਿਜ਼ਰਵ ਕਰਦੇ ਆ ਜੇਲ੍ਹ ਦੇ ਵਿੱਚ ਹੀ ਰਹਿਣਾ। ਤੁਹਾਨੂੰ ਦੱਸ ਦਈਏ ਕਿ ਪਿਛਲੇ ਮਹੀਨੇ ਸੁਪਰੀਮ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਕਾਂਗਰਸ ਦੀ ਸਾਬਕਾ ਕੌਂਸਲਰ ਬਲਵਾਨ ਖੋਖਰ ਦੀ ਜ਼ਮਾਨਤ ਪਟੀਸ਼ਨ ਤੇ CBI ਤੋਂ ਜਵਾਬ ਮੰਗਿਆ ਸੀ। ਬਲਵਾਨ ਖੋਖਰ ਨੇ ਜੇਲ੍ਹ ਦੇ ਵਿੱਚ ਕਰੀਬ 9 ਸਾਲ ਗੁਜ਼ਾਰਨ ਅਤੇ ਵੱਖ-ਵੱਖ ਆਧਾਰਾਂ ਤੇ ਜ਼ਮਾਨਤ ਦੀ ਅਪੀਲ ਕੀਤੀ ਸੀ। ਖੋਖਰ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਅਤੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਇਸ ਮਾਮਲੇ ਦੇ ਵਿੱਚ ਉਮਰ ਕੈਦ ਅਤੇ 10 ਸਾਲ ਜੇਲ੍ਹ ਦੀ ਸਜ਼ਾ ਕੱਟ ਰਹੀ ਹੈ। ਇਸ ਤੋਂ ਪਹਿਲਾਂ ਮਈ 2020 ਦੇ ਵਿੱਚ ਸੁਪਰੀਮ ਕੋਰਟ ਨੇ ਕਾਂਗਰਸ ਦੇ ਸਾਬਕਾ ਆਗੂ
ਸੱਜਣ ਕੁਮਾਰ ਨੂੰ ਸਿਹਤ ਦੇ ਆਧਾਰ ਤੇ ਅੰਤਰਿਮ ਜ਼ਮਾਨਤ ਜਾਂ ਫਿਰ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸੱਜਣ ਕੁਮਾਰ ਅਤੇ ਬਲਵਾਨ ਖੋਖਰ ਦਿੱਲੀ ਹਾਈ ਕੋਰਟ ਵੱਲੋਂ 17 ਦਸੰਬਰ 2018 ਨੂੰ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਤਿਹਾੜ ਜੇਲ੍ਹ ਵਿੱਚ ਬੰਦ ਹੈ। 2024 ਚ ਹੋਣ ਵਾਲੀ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਨੇ ਇਕਜੁੱਟ ਹੋ ਕੇ ਲੜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਨਵੀਂ ਦਿੱਲੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਅਤੇ ਬਸਪਾ ਦੇ ਸੁਪਰੀਮੋ ਮਾਇਆਵਤੀ ਵਿਚਾਲੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ। ਨਵੀਂ ਦਿੱਲੀ ਵਿਖੇ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਹਨਾਂ ਦੀ ਪਤਨੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਬਸਪਾ ਸੁਪਰੀਮੋ ਮਾਇਆਵਤੀ ਵਿਚਾਲੇ ਵਿਸ਼ੇਸ਼ ਮੁਲਾਕਾਤ ਹੋਈ। ਇਹ ਮੁਲਾਕਾਤ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕੀਤੀ ਗਈ ਹੈ। ਜਾਣਕਾਰੀ ਲਈ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਨੇ ਇਕਜੁੱਟ ਹੋ ਕੇ ਲੋਕ ਸਭਾ ਚੋਣਾਂ ਲੜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਆਗੂਆਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਬਸਪਾ ਗੱਠਜੋੜ ਨੂੰ ਹੋਰ ਮਜ਼ਬੂਤ ਕਰਨ ਅਤੇ ਵਧੀਆ ਤਾਲਮੇਲ ਬਣਾਈ ਰੱਖਣ ਲਈ ਲੰਮੀ ਚਰਚਾ ਕੀਤੀ। ਇਸ ਦੇ ਨਾਲ ਹੀ ਲੋਕ ਸਭਾ ਚੋਣਾਂ ਦੇ ਵਿੱਚ ਬਿਹਤਰ ਨਤੀਜੇ ਲਿਆ ਕੇ ਦੇਸ਼ ਦੀ ਰਾਜਨੀਤੀ ਵਿੱਚ ਬਦਲਾਅ ਲਿਆਉਣ ਲਈ ਵੀ ਸਮਝੌਤਾ ਕੀਤਾ ਗਿਆ। ਬਸਪਾ ਪ੍ਰਧਾਨ ਮਾਇਆਵਤੀ ਦੇ ਨਿਵਾਸ ਸਥਾਨ ਤੇ ਹੋਈ ਇਸ ਮੀਟਿੰਗ ਦੌਰਾਨ ਬਸਪਾ ਸੁਪਰੀਮੋ ਨੇ ਕਿਹਾ ਕਿ ਸ਼ੁਰੂ ਤੋਂ ਹੀ ਦੋਵਾਂ ਪਾਰਟੀਆਂ ਦੀ ਸਿਖਰਲੀ ਲੀਡਰਸ਼ਿਪ ਦੇ ਵਿੱਚ ਇਸ ਗੱਲ ਤੇ ਆਮ ਸਹਿਮਤੀ ਬਣੀ ਹੋਈ ਸੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਾਂਗ ਹੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਦੋਵਾਂ ਪਾਰਟੀਆਂ ਦੇ ਵਿੱਚ ਪੂਰਨ ਏਕਤਾ ਅਤੇ ਤਾਲਮੇਲ ਹਰ ਹਾਲ ਦੇ ਵਿੱਚ ਕਾਇਮ ਰੱਖਿਆ ਜਾਵੇਗਾ। ਇਸ ਬੈਠਕ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦੇ ਹੋਏ ਲਿਖਿਆ, ਬਸਪਾ ਸੁਪਰੀਮੋ ਭੈਣ ਮਾਇਆਵਤੀ ਨਾਲ ਗੱਲਬਾਤ ਕਰਕੇ ਅਤੇ ਉਹਨਾਂ ਦੇ ਗਿਆਨ ਭਰਪੂਰ ਵਿਚਾਰ ਸੁਣ ਕੇ ਬਹੁਤ ਖੁਸ਼ੀ ਹੋਈ। ਭੈਣ ਮਾਇਆਵਤੀ ਨਾਲ ਉਹਨਾਂ ਦੇ ਘਰ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਵਿੱਚ ਅਕਾਲੀ ਬਸਪਾ ਗੱਠਜੋੜ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਕੀਤੀ ਗਈ ਹੈ। ਜਲੰਧਰ ਵਿੱਚ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵਧੀਆ ਨਤੀਜਿਆਂ ਲਈ ਸਾਂਝੀ ਮੁਹਿੰਮ ਤੋਂ ਇਲਾਵਾ ਬਿਹਤਰ ਤਾਲਮੇਲ ਰੱਖਿਆ ਜਾਵੇਗਾ। ਉਹਨਾਂ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ, ਮੀਟਿੰਗ ਦੇ ਵਿੱਚ ਸਤੀਸ਼ ਮਿਸ਼ਰਾ ਵੀ ਸ਼ਾਮਲ ਸਨ। ਉਹਨਾਂ ਪੰਜਾਬ ਦੇ ਵਿੱਚ ਅਮਨ ਕਾਨੂੰਨ ਤੇ ਢਹਿ ਢੇਰੀ ਹੋਣ ਅਤੇ ਕਿਸਾਨ, ਨੌਜਵਾਨਾਂ ਅਤੇ ਅਨੁਸੂਚਿਤ ਜਾਤੀਆਂ ਦੀਆਂ ਆਸਾਂ ਨੂੰ ਪੂਰਾ ਕਰਨ ਦੇ ਵਿੱਚ ਆਪ ਸਰਕਾਰ ਦੀ ਨਾਕਾਮੀ ਦਾ ਜ਼ਿਕਰ ਕੀਤਾ ਹੈ। ਲੋਕ ਅਕਾਲੀ ਬਸਪਾ ਗੱਠਜੋੜ ਤੇ ਵਿਸ਼ਵਾਸ ਕਰਨਗੇ ਅਤੇ ਭਾਜਪਾ ਦੀ ਨਕਾਰਾਤਮਕ ਰਾਜਨੀਤੀ ਦੇ ਨਾਲ-ਨਾਲ ਲੋਕ ਵਿਰੋਧੀ ਆਪ ਅਤੇ ਕਾਂਗਰਸ ਨੂੰ ਨਕਾਰਨਗੇ। ਦੂਜੇ ਪਾਸੇ ਮਾਇਆਵਤੀ ਨੇ ਵੀ ਟਵੀਟ ਕਰਕੇ ਕਿਹਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਦੇ ਵਿੱਚ ਅੱਜ ਦਿੱਲੀ ਵਿਖੇ ਹੋਈ ਮੀਟਿੰਗ ਵਿੱਚ ਪੁਰਾਣੀ ਆਪਸੀ ਗੱਠਜੋੜ ਨੂੰ ਹੋਰ ਮਜ਼ਬੂਤ ਕਰਨ ਅਤੇ ਬਿਹਤਰ ਤਾਲਮੇਲ ਆਦਿ ਨੂੰ ਲੈ ਕੇ ਸੁਖਾਵੇਂ ਮਾਹੌਲ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ। ਉਹਨਾਂ ਇੱਕ ਹੋਰ ਟਵੀਟ ਕਰਦਿਆਂ ਲਿਖਿਆ ਕਿ ਪੰਜਾਬ ਦੇ ਵਿੱਚ ਅਕਾਲੀ ਬਸਪਾ ਗੱਠਜੋੜ ਭਰੋਸੇਮੰਦ ਹੈ, ਜਿਸ ਤੇ ਲੋਕਾਂ ਦੀਆਂ ਨਜ਼ਰਾਂ ਫਿਰ ਤੋਂ ਟਿਕੀਆਂ ਹੋਈਆਂ ਨੇ। ਪਹਿਲਾਂ ਕਾਂਗਰਸ ਅਤੇ ਹੁਣ ਆਪ ਸਰਕਾਰ ਦੀਆਂ ਗਤੀਵਿਧੀਆਂ ਵਾਅਦਾ ਖਿਲਾਫੀ ਤੋਂ ਜਨਤਾ ਦੁਖੀ ਹੈ। ਲੋਕ ਭਾਜਪਾ ਦੀ ਲੁੱਟ ਖਸੁੱਟ ਅਤੇ ਭੰਨਤੋੜ ਦੀ ਨਕਾਰਾਤਮਕ ਰਾਜਨੀਤੀ ਨੂੰ ਵੀ ਨਾਪਸੰਦ ਕਰਦੇ ਹੈ। ਨਾਲ ਹੀ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੰਗੀ ਸਿਹਤ ਅਤੇ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ। ਦੋਵਾਂ ਪਾਰਟੀਆਂ ਦਾ ਗੱਠਜੋੜ ਬਣਾਉਣ ਅਤੇ ਇਸ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕਰਨ ਵਿੱਚ ਉਹਨਾਂ ਦੀ ਭੂਮਿਕਾ ਸ਼ਲਾਘਾਯੋਗ ਹੈ। ਇਸ ਦੇ ਨਾਲ ਹੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਟਵੀਟ ਕਰਕੇ ਬਸਪਾ ਪ੍ਰਧਾਨ ਮਾਇਆਵਤੀ ਨਾਲ ਇਸ ਹੋਈ ਵਿਸ਼ੇਸ਼ ਮੁਲਾਕਾਤ ਨੂੰ ਲੈ ਕੇ ਉਹਨਾਂ ਦਾ ਧੰਨਵਾਦ ਕੀਤਾ। ਹੁਣ ਵੇਲਾ ਹੋ ਚੁੱਕਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਵਧਦੇ ਹਾਂ ਅਗਲੀ ਖਬਰ ਦੇ ਵੱਲ। ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਬਠਿੰਡਾ ਕੋਰਟ ਤੋਂ ਰਾਹਤ ਮਿਲੀ ਹੈ। ਜਾਣਕਾਰੀ ਮੁਤਾਬਕ ਅਦਾਲਤ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੋਹਲ ਵੱਲੋਂ ਦਾਇਰ ਕੀਤੇ ਮਾਨਹਾਨੀ ਦੇ ਕੇਸ ਨੂੰ ਖਾਰਜ ਕਰ ਦਿੱਤਾ ਗਿਆ ਹੈ। ਕੇਸ 'ਚ ਜੈਜੀਤ ਸਿੰਘ ਜੋਹਲ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਹ ਜੋ ਨਾਮ ਤੋਂ ਮਸ਼ਹੂਰ ਹਨ ਅਤੇ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਦੌਰਾਨ ਬਠਿੰਡਾ 'ਚ ਵਪਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਲੋਕਾਂ ਨੂੰ ਜੋ ਟੈਕਸ ਤੋਂ ਮੁਕਤੀ ਦਿਵਾਵਾਂਗੇ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਜੋਹਲ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰਨ ਲਈ ਬਠਿੰਡਾ ਕੋਰਟ ਦੇ ਵਿੱਚ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ਨੂੰ ਅੱਜ ਅਦਾਲਤ ਵੱਲੋਂ ਖਾਰਜ ਕਰ ਦਿੱਤਾ ਗਿਆ।
ਦਰਅਸਲ ਅਰਵਿੰਦ ਕੇਜਰੀਵਾਲ ਬਠਿੰਡਾ ਵਿਖੇ ਵਪਾਰੀਆਂ ਨਾਲ ਬੈਠਕ ਕਰਨ ਪਹੁੰਚੇ ਸੀ। ਇਸ ਸਮੇਂ ਉਹਨਾਂ ਵੱਲੋਂ ਜੋ ਟੈਕਸ ਦਾ ਜ਼ਿਕਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜੈਜੀਤ ਜੋਹਲ ਵੱਲੋਂ ਕੋਰਟ ਦੇ ਵਿੱਚ ਅਰਵਿੰਦ ਕੇਜਰੀਵਾਲ ਖਿਲਾਫ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ਨੂੰ ਅੱਜ ਅਦਾਲਤ ਵੱਲੋਂ ਖਾਰਜ ਕਰ ਦਿੱਤਾ ਗਿਆ। ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਕਾਨੂੰਨੀ ਵਿੰਗ ਦੇ ਆਗੂ ਅਤੇ ਸ਼ੂਗਰ ਫੈਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਂਡਾ ਨੇ ਅਦਾਲਤ ਦੇ ਫੈਸਲੇ ਤੇ ਖੁਸ਼ੀ ਜਤਾਉਂਦਿਆਂ ਜੈਜੀਤ ਜੋਹਲ ਨੂੰ ਆੜੇ ਹੱਥੀ ਲਿਆ ਅਤੇ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕੀਤਾ। ਜੈਜੀਤ ਸਿੰਘ ਜੋਹਲ ਨੇ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਦੋਂ ਸੈਪਲ ਹੋਟਲ ਦੇ ਵਿੱਚ ਆਏ ਸੀ ਤਾਂ ਉਹਨਾਂ ਨੇ ਵਪਾਰੀਆਂ ਦੇ ਨਾਲ ਇੱਕ ਮੀਟਿੰਗ ਕੀਤੀ ਸੀ, ਵਪਾਰੀਆਂ ਦੇ ਨਾਲ ਡਿਸਕਸ਼ਨ ਕੀਤੀ ਸੀਗੀ ਕਿ ਬਠਿੰਡਾ ਦੇ ਵਿੱਚ ਜਿਹੜਾ ਕਿਸ ਤਰ੍ਹਾਂ ਆਪਾਂ ਵਪਾਰੀ ਵਰਗ ਨੂੰ ਜਾਂ ਹੋਰ ਵਰਗ ਨੂੰ ਆਪਾਂ ਜਿਹੜਾ ਅੱਪ ਲਿਜਾ ਸਕਦੇ ਹਾਂ, ਉਹਨਾਂ ਦੀ ਸਹਾਇਤਾ ਕਰ ਸਕਦੇ ਹਾਂ। ਤਾਂ ਉਸ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਬਠਿੰਡਾ ਦੇ ਵਿੱਚ ਜੋ ਟੈਕਸ ਲੱਗਦਾ ਹੈ, ਜੋ ਟੈਕਸ ਲੱਗਦਾ ਹੈਗਾ ਉਹਨਾਂ ਨੂੰ ਖਤਮ ਕੀਤਾ ਜਾਊਗਾ ਔਰ ਜਿਹੜੇ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਔਰ ਰਿਲੀਫ ਦਿੱਤਾ ਜਾਊਗਾ। ਤਾਂ ਆਪਣੀ ਫੋਕੀ ਵਾਹ ਖੱਟਣ ਦੇ ਲਈ ਜੋ ਨੇ ਇੱਕ ਪਟੀਸ਼ਨ ਦਾਇਰ ਕੀਤੀ ਮਾਨਯੋਗ ਅਦਾਲਤ ਦੇ ਵਿੱਚ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਜੋ ਟੈਕਸ ਬਠਿੰਡਾ ਵਿੱਚ ਵਸੂਲਿਆ ਜਾਂਦਾ ਹੈ। ਮੈਂ ਇੱਥੇ ਗੱਲ ਦੱਸਣੀ ਚਾਹੁੰਦਾ ਹਾਂ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮੋ ਇੱਕ ਇਮਾਨਦਾਰ ਲੀਡਰ ਹੈ। ਉਹਨਾਂ ਨੇ ਤਾਂ ਕਿਹਾ ਜੋ ਟੈਕਸ ਲੱਗਦਾ ਹੈ, ਪਰ ਇਹਨਾਂ ਨੇ ਵਾਹ ਖੱਟਣ ਦੇ ਲਈ ਪਟੀਸ਼ਨ ਦਾਇਰ ਕੀਤੀ ਹੈ। ਉਸ ਤੋਂ ਇਲਾਵਾ ਜਿਹੜੀਆਂ ਰਵਾਇਤੀ ਪਾਰਟੀਆਂ ਦੇ ਲੀਡਰ ਹੈ, ਸੁਖਬੀਰ ਬਾਦਲ ਔਰ ਸ਼੍ਰੀਮਤੀ ਸਿਮਰਤੀ ਇਰਾਨੀ ਜੀ ਜੋ ਕੇਂਦਰੀ ਮੰਤਰੀ ਹੈ, ਉਹਨਾਂ ਨੇ ਵੀ ਬਠਿੰਡਾ ਕੇ ਬੋਲੇ ਸੀਗੇ ਕਿ ਇੱਕ ਜੋ ਟੈਕਸ ਲੱਗਦਾ ਹੈ, ਪਰ ਇਹਨਾਂ ਨੇ ਕਿਹਾ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਇੱਕ ਬਹੁਤ ਵੱਡੇ ਲੀਡਰ ਹੈ, ਇਹਨਾਂ ਉੱਪਰ ਪਟੀਸ਼ਨ ਪਾ ਕੇ ਮੈਂ ਜ਼ਿਆਦਾ ਵਾਹ ਖੱਟ ਸਕਦਾ ਹਾਂ। ਦੱਸ ਦਈਏ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਬਠਿੰਡਾ ਵਿਖੇ ਵਪਾਰੀਆਂ ਦੇ ਨਾਲ ਮੀਟਿੰਗ ਕਰਨ ਆਏ ਸੀ। ਇਸ ਮੌਕੇ ਉਹਨਾਂ ਨੇ ਜੈਜੀਤ ਜੋਹਲ ਬਾਰੇ ਕੁਝ ਟਿੱਪਣੀਆਂ ਕੀਤੀਆਂ। ਕੇਜਰੀਵਾਲ ਨੇ ਕਿਹਾ ਸੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਉਹ ਜੋ ਟੈਕਸ ਖਤਮ ਕਰ ਦੇਣਗੇ। ਦੱਸ ਦਈਏ ਕਿ ਜੈਜੀਤ ਜੋਹਲ ਜੋ ਦੇ ਨਾਮ ਨਾਲ ਵੀ ਮਸ਼ਹੂਰ ਹੈ। ਜੈਜੀਤ ਸਿੰਘ ਜੋਹਲ ਨੇ ਉਸੇ ਦਿਨ ਐਲਾਨ ਕਰ ਦਿੱਤਾ ਸੀ ਕਿ ਉਹ ਅਰਵਿੰਦ ਕੇਜਰੀਵਾਲ ਦੇ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਨਗੇ। ਪ੍ਰਸਿੱਧ ਅਦਾਕਾਰ ਸੋਨੀਆ ਮਾਨ ਅਕਸਰ ਹੀ ਪੰਜਾਬ ਦੇ ਮੁੱਦਿਆਂ ਉੱਤੇ ਆਪਣੀ ਪ੍ਰਤੀਕਿਰਿਆ ਦਿੰਦੇ ਰਹਿੰਦੇ ਨੇ। ਇਨੀ ਦਿਨੀ ਉਹ ਕੌਮੀ ਇਨਸਾਫ ਮੋਰਚੇ 'ਚ ਹਿੱਸਾ ਲੈਣ ਲਈ ਪਹੁੰਚੇ ਨੇ। ਮੁਹਾਲੀ ਚੰਡੀਗੜ੍ਹ ਦੀ ਸਾਂਝੀ ਹੱਦ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੱਲ ਰਹੀ ਕੌਮੀ ਇਨਸਾਫ ਮੋਰਚੇ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼ਿਰਕਤ ਕੀਤੀ ਜਾ ਰਹੀ ਹੈ। ਇਸ ਦਰਮਿਆਨ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿਸਾਨ ਨੇਤਾਵਾਂ ਦੇ ਨਾਲ ਮਸ਼ਹੂਰ ਅਦਾਕਾਰਾ ਸੋਨੀਆ ਮਾਨ ਵੀ ਅੰਮ੍ਰਿਤਸਰ ਤੋਂ ਰਵਾਨਾ ਹੋਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਵਿੱਚ ਹੁੰਗਾਰਾ ਭਰਿਆ। ਮੇਜਰ ਜਨਰਲ ਸ਼ਪੇਕ ਸਿੰਘ ਦੇ ਬ੍ਰਦਰ ਬਿਆਨ ਸਿੰਘ, ਉਹਨਾਂ ਦੀ ਜਥੇਬੰਦੀ ਹੈ ਸਰਬੱਤ ਦਾ ਭਲਾ, ਔਰ ਇਹਨਾਂ ਵੱਲੋਂ ਹੀ ਇਹ ਕਾਫਲਾ ਇੱਥੋਂ ਜਾ ਰਿਹਾ ਹੈ ਔਰ ਸਾਡਾ ਇਹਨਾਂ ਦੇ ਨਾਲ ਸਹਿਯੋਗ ਆ ਇਸ ਕਾਫਲੇ ਦੇ ਪ੍ਰਤੀ। ਔਰ 3 ਬੱਸਾਂ ਤੇ ਨਾਲ ਕਾਫੀ ਸਾਰੀਆਂ ਗੱਡੀਆਂ ਜਿਹੜੀਆਂ ਆ ਉਹ ਜਾ ਰਹੀਆਂ ਨੇ ਔਰ ਇਹ ਕਾਫਲਾ ਮੋਹਾਲੀ ਅੰਬ ਸਾਹਿਬ ਗੁਰਦੁਆਰੇ ਪਹੁੰਚੂਗਾ ਔਰ ਉੱਥੇ ਸਾਡਾ ਇੱਕ ਪਰਮਾਨੈਂਟ ਸਾਡੀ ਜਥੇਬੰਦੀ ਵੱਲੋਂ, ਮੇਰੇ ਮਾਸਟਰ ਜੀ ਦੀ ਜਥੇਬੰਦੀ ਵੱਲੋਂ ਉੱਥੇ ਟੈਂਟ ਵੀ ਲੱਗੂਗਾ ਔਰ ਜਿੱਥੇ ਉਹਨਾਂ ਦਾ ਪੂਰਾ ਸਹਿਯੋਗ ਦਿੱਤਾ ਜਾਊਗਾ। ਉਸ ਤੋਂ ਬਾਅਦ ਅਸੀਂ ਜਦੋਂ ਅੰਮ੍ਰਿਤਸਰ ਆਵਾਂਗੇ, ਇੱਕ ਪਿੰਡਾਂ ਦੇ ਵਿੱਚ ਜਾ ਕੇ ਜਾਗਰੂਕ ਕਰਕੇ ਇੱਕ ਵੱਡੀ ਰੈਲੀ, ਜਿਵੇਂ ਅਸੀਂ ਪਿਛਲੀ ਵਾਰੀ ਵੀ ਰਾਜਸਥਾਨ 'ਚ ਕਰਵਾਈ ਸੀਗੀ, ਉਸੇ ਤਰੀਕੇ ਦੇ ਨਾਲ ਕਰਾਵਾਂਗੇ। ਲਾਅ ਐਂਡ ਆਰਡਰ ਦੇ ਅਕੋਰਡਿੰਗਲੀ ਜਿਹੜੇ ਬੰਦੇ ਨੂੰ ਸਜ਼ਾ ਮਿਲਦੀ ਹੈ ਉਹਦੀ ਸਜ਼ਾ ਜਿਹੜੀ ਜਦੋਂ ਪੂਰੀ ਹੋ ਜਾਂਦੀ ਹੈ ਉਹਨੂੰ ਛੱਡਣਾ ਚਾਹੀਦਾ ਆ ਔਰ ਇਹ ਹਜੇ ਤੱਕ ਛੱਡ ਨਹੀਂ ਰਹੇ। ਉਸ ਤੋਂ ਇਲਾਵਾ ਇਹ ਸਿਰਸੇ ਵਰਗੇ ਸਾਧ ਵਰਗਿਆਂ ਨੂੰ, ਉਹਨਾਂ ਨੂੰ ਬਾਬਿਆਂ ਨੂੰ ਛੱਡ ਦਿੰਦੇ ਨੇ ਪਰੋਲ ਤੇ ਜਦੋਂ ਇਹਨਾਂ ਨੂੰ ਆਪਣੀਆਂ ਪੋਲੀਟੀਕਲ ਲਾਹਾ ਲੈਣਾ ਹੁੰਦਾ ਆ ਔਰ ਬਿਲਕਿਸ ਬਾਨੂ ਦੇ ਰੇਪਿਸਟ ਨੂੰ ਛੱਡ ਦਿੰਦੇ ਨੇ ਔਰ ਉਹਨਾਂ ਨੂੰ ਸਰੋਪਿਆਂ ਦੇ ਨਾਲ ਨਵਾਜ਼ਦੇ ਨੇ। ਇਹ ਤੇ ਵਿਤਕਰਾ ਹਮੇਸ਼ਾ ਪੰਜਾਬ ਦੇ ਨਾਲ ਹੁੰਦਾ ਆ ਰਿਹਾ ਹੈ ਔਰ ਮੈਨੂੰ ਲੱਗਦਾ ਹੈ ਵੀ ਜਿੱਥੇ ਇਨਹਿਊਮਨ ਐਕਟੀਵਿਟੀ ਹੁੰਦੀ ਹੈ ਉੱਥੇ ਸਾਰਿਆਂ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਔਰ ਇਸੇ ਕਰਕੇ ਸਾਡੇ ਅੰਮ੍ਰਿਤਸਰ, ਸਾਡੇ ਰਾਜਸਥਾਨੀ ਹਲਕੇ ਤੋਂ 3 ਬੱਸਾਂ ਜਾ ਰਹੀਆਂ ਨੇ, ਨਾਲ ਗੱਡੀਆਂ ਦਾ ਕਾਫਲਾ ਜਾ ਰਿਹਾ ਹੈ। ਜਿੱਥੋਂ ਤੱਕ ਸਾਡੇ ਇੱਥੋਂ ਆਪਾਂ ਜਿੰਨਾ ਵੀ ਯੋਗਦਾਨ ਪਾ ਸਕਾਂਗੇ ਅਸੀਂ ਪਾਵਾਂਗੇ। ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਚੱਲ ਰਹੀ ਮੋਰਚੇ 'ਚ ਸ਼ਾਮਲ ਹੋਣ ਲਈ ਜਨਰਲ ਸ਼ਬੇਕ ਸਿੰਘ ਦੇ ਭਰਾ ਵੀ ਇਹਨਾਂ ਆਗੂਆਂ ਦੇ ਨਾਲ ਮੋਹਾਲੀ ਲਈ ਰਵਾਨਾ ਹੋਏ ਹੈ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੱਲ ਰਹੇ ਕੌਮੀ ਇਨਸਾਫ ਮੋਰਚੇ 'ਚ ਕਿਸਾਨ ਆਗੂ ਰਾਕੇਸ਼ ਟਕੈਤ ਨੇ ਸ਼ਿਰਕਤ ਕੀਤੀ ਹੈ। ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨਸਾਫ ਮੋਰਚੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹਾਂ ਵਿੱਚ ਡੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਹਾਲੀ ਚੰਡੀਗੜ੍ਹ ਦੀ ਸਾਂਝੀ ਹੱਦ ਤੇ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ ਅਤੇ ਇਸ ਮੋਰਚੇ ਨੂੰ ਵੱਖ-ਵੱਖ ਜਥੇਬੰਦੀਆਂ ਅਤੇ ਆਗੂਆਂ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ। ਜੇਕਰ ਗੱਲ ਕੀਤੀ ਜਾਵੇ ਕਿਸਾਨ ਆਗੂ ਰਾਕੇਸ਼ ਟਕੈਤ ਦੀ ਤਾਂ ਉਹਨਾਂ ਵੱਲੋਂ ਵੀ ਕੌਮੀ ਇਨਸਾਫ ਮੋਰਚੇ ਦੇ ਵਿੱਚ ਸ਼ਿਰਕਤ ਕੀਤੀ ਗਈ ਅਤੇ ਇਸ मोर्चे ਨੂੰ समर्थन देने का ऐलान किया है। देश में ये इस तरह का एक पहला मोर्चा लगा
कि जो सज़ा जिनकी पूरी होगी जेलों के अंदर, सज़ा पूरी होने के बाद भी उनको रिहा करा जाए। और ये देश भर में बंदी बहुत हैं जो सेंट्रल जेल में रखे जाते हैं, उनसे काम करवाया जाता है, जिनके परिवार भी अब उनसे मिलने नहीं जाते। हमारे पास में भी इस तरह के इस मोर्चे से पहले भी लोग आते थे कि यहाँ पे इसमें 15 साल हो गए इस आदमी को और इसके परिवार भी अब इससे मिलने नहीं आते। तो जो भी इस तरह के लोग हैं पूरे देश भर में, इनकी छटनी होनी चाहिए और इनको रिहा करना चाहिए। वो जो जेल में 30 साल बिता लिए वो झगड़ा नहीं कर सकता, वो करेगा ही नहीं। सारे क्रांतिकारी आदमी यन से लगाकर वहाँ तक सारे मोर्चे पे ही रहे। भाई ये पूरा दिल्ली के 400 किलोमीटर के लोग जो हैं, ये तो ऐसी ट्रेनिंग ले ली इन्होंने, सारी दिल्ली को घेर कर रखे, सब जगह मोर्चे लगा कर रखे, तो सरकार इनसे हाथ जोड़ कर दूर को चल रही है। समर्थन कैसे दे रहे हो? और हम बिना समर्थन दिएगा यहाँ पे आए, हमारा पूरा समर्थन है। ਪ੍ਰੈਸ ਕਾਨਫਰੰਸ ਕਰਦੇ ਹੋਏ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਰਾਮ ਰਹੀਮ ਨੂੰ ਵਾਰ-ਵਾਰ ਦਿੱਤੀ ਜਾ ਰਹੀ ਪੈਰੋਲ ਤੇ ਵੀ प्रतिक्रम ਦਿੱਤਾ है। पता नहीं भाई क्यों पैरोल मिल रही है उसको, वो तो सरकार बतावेगी। देखो वोट का भी एक बहुत बड़ा फैक्टर है, जहाँ से 2 वोट मिल जाएगी सरकार को, उनको पैरोल मिल जाएगी। यहाँ से आप रोज तो डंडाबाजी रखो सरकार के खिलाफ, तो वोट तो मैं देनी नहीं उन्हें। तो यही मामला, वोट नहीं दोगे तो भाई ये करेंगे, कहीं से उस विचारधारा के लोगों को छोड़ देंगे, उनकी वोट मिल जाएगी। ਕੇਂਦਰ ਸਰਕਾਰ ਵੱਲੋਂ ਜੋ ਆਪਣਾ ਆਖਰੀ ਬਜਟ ਪੇਸ਼ ਕੀਤਾ ਗਿਆ, ਉਸ ਨੂੰ ਲੈ ਕੇ ਵੀ ਰਾਕੇਸ਼ ਟਿਕੈਤ ਦੇ ਵੱਲੋਂ ਭਾਜਪਾ ਸਰਕਾਰ ਤੇ ਨਿਸ਼ਾਨੇ ਸਾਧੇ ਗਏ ਨੇ। बजट में कर्जा रखा, 20 लाख करोड़ का कर्जा दिया है, किसानों की जमीनें जाएंगी, यही इसी तरह का कर्जा बढ़ता रहेगा, किसानों की जमीनें जाती रहेंगी, बैंक प्राइवेट होंगे और आने वाले टाइम पे बड़ी कंपनियां 2-2, 3-3 जिले लेंगी और वो कहेंगे कि जितना केसीसी का कर्जा है वो हम आपको वहन कर देते हैं और उसको रिकवर करने की जिम्मेदारी हमको दे दो। किसानों को अब बड़ी लड़ाई लड़नी पड़ेगी अपनी जमीन बचाने के लिए। ਫਰੀਦਕੋਟ ਦੀ ਕੇਂਦਰੀ ਮਾਡਲ ਜੇਲ੍ਹ ਮੁੜ ਵਿਵਾਦਾਂ 'ਚ ਹੈ। ਜੇਲ੍ਹ 'ਚ ਬੰਦ ਕੈਦੀ ਨੇ ਸਹਾਇਕ ਜੇਲ੍ਹ ਸੁਪਰਡੈਂਟ ਤੇ ਕੁੱਟਮਾਰ ਕਰਨ ਦੇ ਆਰੋਪ ਲਗਾਏ ਨੇ। ਦੂਜੇ ਪਾਸੇ ਇਹਨਾਂ ਆਰੋਪਾਂ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਜੇਲ੍ਹ ਸੁਪਰਡੈਂਟ ਨੇ ਇਹਨਾਂ ਦੋਸ਼ਾਂ ਨੂੰ ਨਿਰਕਾਰਿਆ ਹੈ। ਫਰੀਦਕੋਟ ਦੀ ਮਾਡਰਨ ਜੇਲ੍ਹ ਅਕਸਰ ਹੀ ਵਿਵਾਦਾਂ ਵਿੱਚ ਘਿਰੀ ਰਹਿੰਦੀ ਹੈ। ਹਾਲ ਹੀ ਵਿੱਚ ਇਸ ਜੇਲ੍ਹ ਵਿੱਚ ਬੰਦ ਇੱਕ ਕੈਦੀ ਵੱਲੋਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਤੇ ਕੁੱਟਮਾਰ ਕਰਕੇ ਜੇਲ੍ਹ ਦੀਆਂ ਚੱਕੀਆਂ ਵਿੱਚ ਬੰਦ ਕਰਨ ਦੇ ਆਰੋਪ ਲਗਾਏ ਗਏ, ਜਿਸ ਨੇ ਆਪਣੀ ਹੋਈ ਕੁੱਟਮਾਰ ਦਾ ਇਨਸਾਫ ਲੈਣ ਲਈ ਅਤੇ ਇਲਾਜ ਕਰਵਾਉਣ ਲਈ ਅਦਾਲਤ ਦਾ ਸਹਾਰਾ ਲਿਆ ਅਤੇ ਅਦਾਲਤ ਦੇ ਹੁਕਮਾਂ ਤੇ ਕੈਦੀ ਨੂੰ ਮੈਡੀਕਲ ਜਾਂਚ ਅਤੇ ਇਲਾਜ ਲਈ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮੈਂ ਡਾਕਟਰ ਸਾਹਿਬ, ਮੈਂ ਇਹਨਾਂ ਨੂੰ ਆਖਿਆ ਮੈਂ ਦਵਾਈ ਦਵਾ ਦੇ, ਦਵਾਈ ਤੋਂ ਨਹੀਂ ਲਿਆ। ਸ਼ਾਮ ਜੇ ਨੂੰ ਡਿਪਟੀ ਆਇਆ, ਉਹ ਦਾਰੂ ਪੀਤੀ ਸੀ, ਹੁਣ ਸਰ ਮੈਨੂੰ ਕੁੱਟਣ ਲੱਗ ਪਿਆ। ਕਿਹੜਾ ਡਿਪਟੀ ਸੀ? ਨਵਾਂ ਹੀ ਬਣਿਆ, ਪਰਸੋਂ ਚੌਥੇ ਬਣਿਆ। ਅੱਛਾ, ਪਹਿਲਾਂ ਹੌਲਦਾਰ ਸੀਗਾ, ਹੁਣ ਡਿਪਟੀ ਬਣਿਆ ਪਰਸੋਂ ਚੌਥੇ। ਕੁੱਟਿਆ ਕਦੋਂ, ਕੀ ਕਾਰਨ ਕਹਿੰਦੇ? ਮੈਂ ਆਖਿਆ ਜੀ ਮੈਨੂੰ ਦਵਾਈ ਦਵਾ ਲਿਓ ਜੀ। ਪਹਿਲਾਂ ਮੈਨੂੰ ਕਹਿੰਦਾ ਮੈਂ ਵਰਦੀ ਚੇਂਜ ਕਰਿਆ, ਮੈਂ ਆ ਕੇ ਦਵਾਈ ਦਵਾ ਲਿਆਉਣਾ। ਹੁਣ ਸਰ ਦਾਰੂ ਪੀਤੀ ਸੀ ਤੇ ਮੈਨੂੰ ਢਾਲਿਆ। ਬਾਅਦ ਰਾਤ ਨੂੰ 12 ਵਜੇ ਮੈਨੂੰ ਜਾ ਕੇ ਹਸਪਤਾਲ 'ਚ ਜਦੋਂ ਮੈਨੂੰ ਕੱਟ ਕੇ ਚੱਕੀ 'ਚ ਬੰਦ ਕਰ ਗਿਆ, ਮੈਨੂੰ ਉੱਥੇ ਦੌਰਾ ਪੈ ਗਿਆ। ਜਿਹੜੇ ਮੁਲਾਜ਼ਮ ਦੀ ਡਿਊਟੀ ਸੀ ਉਹ ਚੱਕ ਕੇ ਮੈਨੂੰ ਲਿਆ ਦਾਖਲ ਕਰਾਇਆ। ਉਦੋਂ ਬਾਅਦ 'ਚ ਉੱਥੇ ਆ ਕੇ ਮੈਨੂੰ ਕੁੱਟਿਆ ਜੀ। ਉੱਥੇ ਫੇਰ ਕੁੱਟਿਆ? ਹਾਂ, ਹਸਪਤਾਲ 'ਚ 12 ਵਜੇ। ਇਸ ਪੂਰੇ ਮਾਮਲੇ ਬਾਰੇ ਜਦ ਜੇਲ੍ਹ ਸੁਪਰਡੈਂਟ ਸੰਜੀਵ ਅਰੋੜਾ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕੈਦੀ ਵੱਲੋਂ ਲਗਾਏ ਗਏ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ। ਨਹੀਂ ਦੇਖੋ, ਇਹ ਇਹੋ ਜਿਹੀ ਕੋਈ ਗੱਲਬਾਤ ਤਾਂ ਨਹੀਂ ਹੈਗੀ ਜੀ। ਨਾਲੇ ਮਤਲਬ ਅਸੀਂ ਇੱਥੇ ਪ੍ਰਿਜ਼ਨਰਸ ਨੂੰ ਐਵੇਂ, ਜੇ ਬੰਦਾ ਕੋਈ ਬਿਮਾਰ ਹੈ ਜਾਂ ਕੁਛ ਹੈ ਤਾਂ ਉਹਨੂੰ ਕੁੱਟਣਾ ਥੋੜੀ ਨਾ ਹੁੰਦਾ ਹੈ। ਐਕਚੁਅਲੀ ਇਹਦੇ ਟੈਸਟ ਹੀ ਸਾਰੇ ਨੋਰਮਲ ਹੈ ਜੀ, ਇਹ ਬਿਮਾਰ ਨਹੀਂ ਹੈਗਾ ਜੀ। ਇਹ ਕੱਲ ਤੱਕ ਤਾਂ ਕੋਈ ਐਵੇਂ ਉੱਥੇ ਵਿਚਾਰੇ ਕਿਸੇ ਹੈਡਵਾਟਰ ਤੇ ਦੋਸ਼ ਲਾਈ ਜਾਂਦਾ ਸੀਗਾ ਕਿ ਮੈਨੂੰ ਕੁੱਟਿਆ ਜੀ, ਇਹ ਹੈ ਉਹ ਆ, ਤੇ ਉਹ ਸਾਰਾ ਡਾਕਟਰ ਸਾਹਮਣੇ ਚੈੱਕ ਕਰ ਲਿਆ ਤੇ ਇਹਦੇ ਕੋਈ ਇੰਜਰੀ ਨਹੀਂ ਆਈ ਸੀਗੀ ਜੀ। ਫਿਰ ਇਹਨਾਂ ਨੇ ਕੋਰਟ 'ਚ ਐਪਲੀਕੇਸ਼ਨ ਲਾਈ ਸੀਗੀ ਕਿ ਸਾਡਾ ਟ੍ਰੀਟਮੈਂਟ ਨਹੀਂ ਹੋ ਰਿਹਾ, ਤੇ ਉਹ ਟ੍ਰੀਟਮੈਂਟ ਜਿਹੜਾ ਹੈਗਾ ਉਹ ਡਾਕਟਰ ਸਾਹਿਬ ਨੂੰ ਚੈੱਕ ਕੀਤਾ, ਡਾਕਟਰ ਸਾਹਿਬ ਨੇ ਦੇਖਿਆ ਕਿ ਇਹਦੇ ਸਾਰਾ ਕੁਝ ਨੋਰਮਲ ਹੈਗਾ ਜੀ। ਪਰ ਚਲੋ ਕੋਰਟ ਦੇ ਕੇਸ ਹੋਣ ਕਾਰਨ ਉਹਨਾਂ ਨੇ ਮਤਲਬ ਫਰਦਰ ਇਹਨਾਂ ਨੂੰ ਇੱਕ ਵਾਰੀ ਫਿਰ ਇੱਥੇ ਹਸਪੀਟਲ ਭੇਜਤਾ ਸੀਗਾ, ਤੇ ਉੱਥੇ ਦੀ ਸਿਸਟਰ ਹੈਗੀ ਹੈ ਤੇ ਦੀ ਆਪਣੀ
ਤੇ ਹੁਣ ਉੱਥੇ ਮਤਲਬ ਅੱਜ ਇਹਦੇ ਟੈਸਟ ਵਗੈਰਾ ਆ ਗਏ, ਸਾਡੀ ਰਿਪੋਰਟ ਨਾਰਮਲ ਹੈਗੀ ਹੈ ਤੇ ਦੇਖੋ ਹੁਣ ਕਿਤੋਂ ਡਿਸਚਾਰਜ ਹੁੰਦਾ ਤੇ ਰਿਪੋਰਟ ਅਸੀਂ ਕੋਰਟ 'ਚ ਸਬਮਿਟ ਕਰਾ ਦਾਂਗੇ। ਤੇ ਇਹ ਬਸ ਸਿਰਫ ਦਬਾਅ ਪਾਉਣਾ ਚਾਹੁੰਦਾ ਕਿ ਬਈ ਮੈਂ ਇੱਦਾਂ ਪ੍ਰੈਸ਼ਰਾਈਜ਼ ਕਰ ਲਾਂ, ਪ੍ਰੈਸ਼ਰਾਈਜ਼ ਕਰਕੇ ਤੇ ਆਪਣਾ ਮਨਮਾਨੀ ਜੀ ਕਰ ਲਾਂ ਬਸ ਜੇਲ੍ਹ 'ਚ, ਹੋਰ ਅਦਰਵਾਈਜ਼ ਹੋਰ ਕੋਈ ਗੱਲ ਨਹੀਂ ਹੈਗੀ। ਇੱਥੇ ਦੱਸ ਦਈਏ ਕਿ ਇਹ ਮਾਮਲਾ ਹੁਣ ਅਦਾਲਤ ਦੇ ਵਿੱਚ ਪਹੁੰਚ ਚੁੱਕਿਆ ਹੈ। ਤਫਤੀਸ਼ ਦੌਰਾਨ ਕੀ ਕੁਝ ਸਾਹਮਣੇ ਆਉਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਕਾਂਗਰਸ ਹਾਈ ਕਮਾਂਡ ਦਾ ਪ੍ਰਨੀਤ ਕੌਰ ਖਿਲਾਫ ਐਕਸ਼ਨ, ਪਾਰਟੀ ਚੋਂ ਕੀਤਾ ਸਸਪੈਂਡ, 3 ਦਿਨਾਂ ਦਾ ਕੀਤਾ ਨੋਟਿਸ ਜਾਰੀ। ਪੰਜਾਬ ਕੈਬਨਿਟ ਦੀ ਹੋਈ ਮੀਟਿੰਗ 'ਚ ਲਏ ਗਏ ਵੱਡੇ ਫੈਸਲੇ, ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਕੀਤਾ ਵਾਧਾ। 1984 ਦੇ ਸਿੱਖ ਵਿਰੋਧੀ ਦੰਗਿਆਂ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸਾਬਕਾ ਕਾਂਗਰਸ ਦੇ ਕੌਂਸਲਰ ਨੂੰ ਝਟਕਾ, ਸੁਪਰੀਮ ਕੋਰਟ ਨੇ ਕੀਤੀ ਜ਼ਮਾਨਤ ਪਟੀਸ਼ਨ ਰੱਦ। ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਜਾਰੀ, ਕਿਸਾਨ ਆਗੂ ਰਕੇਸ਼ ਟਕੈਤ ਪਹੁੰਚੇ, ਕੌਮੀ ਇਨਸਾਫ ਮੋਰਚੇ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ। ਫਰੀਦਕੋਟ ਦੀ ਕੇਂਦਰੀ ਮਾਡਲ ਜੇਲ੍ਹ ਮੁੜ ਵਿਵਾਦਾਂ 'ਚ, ਜੇਲ੍ਹ 'ਚ ਹੋਈ ਕੈਦੀ ਦੀ ਕੁੱਟਮਾਰ, ਸਹਾਇਕ ਜੇਲ੍ਹ ਸੁਪਰਡੈਂਟ ਤੇ ਲੱਗੇ ਇਲਜ਼ਾਮਾਂ ਤੋਂ ਸਹਾਇਕ ਸੁਪਰਡੈਂਟ ਨੇ ਕੀਤਾ ਕਿਨਾਰਾ। ਅੱਜ ਦੇ ਪੰਜਾਬ ਬੁਲਟਨ ਵਿੱਚ ਇੰਨਾ ਹੀ। ਕੱਲ੍ਹ ਫਿਰ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ। ਮੈਨੂੰ ਦਿਓ ਇਜਾਜ਼ਤ। ਧੰਨਵਾਦ।